ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਰਾਧਾ ਸਾਨੀ ਔਰ ਸਾਰੇ ਇਸ ਖਾਸ ਪ੍ਰੋਗਰਾਮ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਦੋਸਤੋ, ਇਸ ਤੋਂ ਪਹਿਲਾਂ ਅਸੀਂ 2 ਐਪੀਸੋਡਸ ਵਿੱਚ ਮਿਲ ਚੁੱਕੇ ਹਾਂ ਔਰ ਸਾਰੇ ਖਾਸ ਮਹਿਮਾਨ ਸਾਡੇ ਨਾਲ ਬਣੇ ਰਹੇ ਨੇ ਜਿਨ੍ਹਾਂ ਨੇ ਸਾਨੂੰ US ਜੋ ਵੀਜ਼ਾ ਲੱਗਣਾ ਹੈ ਉਸ ਦੇ ਮੁਤਲਕ ਬਹੁਤ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਨੇ। लेकिन उसके बावजूद बहुत सारे सवाल साढ़े को लगातार आ रहे हैं, भावें वो SMS के जरिए होन, भावें वो ईमेल के जरिए होन, भावें कि कुछ लोग साढ़े नाल इस वेले साढ़े स्टूडियो में मौजूद ने। सो उन्होंने सवालों के जवाब भी असी लवांगे। साढ़े नाल साढ़े खास मेहमान एक बार फिर बने हुए हैं। सतीश कौल जी, बहुत बहुत शुक्रिया साढ़े नाल बने रहने के लिए जी। और कौल साहब, जिस तरह नाल असी अपने दर्शकों को दस रहे हैं कि यह 3rd एपीसोड है, 2 एपीसोड लोग देख चुके हैं, बहुत सारे से सवाल पूछे और सानू लग गया कि शायद 2 एपीसोड में जिन्ने सवाल पूछे ने उन्हों की तसल्ली हो गई होगी, उन्होंने सवालों के जवाब मिल गए होंगे, पर ऐसा होया नहीं क्योंकि होर बहुत सारे सवाल उन्होंने जहन में थे। सो तुहाडा हुण तक का एक्सपीरियंस किस तरह रहा? लोग तुहाडे कोल आ रहे हैं? होर बहुत सवाल आ रहे हैं तो मैंने इत्थे आके बड़ी खुशी हो रही है क्योंकि इहो ਜਿਹੇ मौके च अच्छे रहंदा कि जिन्ने भी सवाल है मैं जवाब दे दा। इस तो चंगा है कि मैं ही जवाब देवां बजाए बाहर किसी एजेंट्स को हो यारां को पूछ लैन, मेरे नाल आके गल कर लैन या तुहानू SMS करके जवाब करके पूछ लैन। सो आई एम वेरी हैप्पी टू बी हियर टुडे जी। और साडे नाल कुछ गेस्ट भी साडे स्टूडियो विच मौजूद ने, उन्हां तो भी असी सवाल लवांगे जी। तुहाडे तो सवाल सब तो पहला जानना चाहांगे कि सवाल है तुहाडा, कित्थों आए हो तुसी? वाहिगुरू जी का खालसा वाहिगुरू जी की फतेह। मैं गुरुद्वारा बंगला साहब 'ਚ ਗ੍ਰੰਥੀ ਸਿੰਘ ਦੀ ਜੌਬ ਕਰਦਾ ਹਾਂ ਜੀ। ਤੇ ਮੈਂ ਜਦੋਂ ਪਹਿਲੀ ਵਾਰੀ ਅਪਲਾਈ ਕੀਤਾ ਸੀਗਾ ਤੇ ਉਹਨਾਂ ਨੇ ਮੈਨੂੰ ਕਿਹਾ ਸੀਗਾ ਬਈ ਤੁਸੀਂ ਵਾਪਸ ਨਹੀਂ ਆਓਗੇ, ਬਸ ਇੱਕੋ ਹੀ ਕੁਐਸਚਨ ਕਿਹਾ ਸੀ। ਤੇ ਉਸ ਤੋਂ ਬਾਅਦ ਫਿਰ ਇਸ ਤੇ ਕੋਈ ਮੈਨੂੰ ਬਈ ਉਹਨਾਂ ਨੂੰ ਕਿਸ ਤਰ੍ਹਾਂ ਪਤਾ ਲੱਗਿਆ ਬਈ ਤੁਸੀਂ ਵਾਪਸ ਨਹੀਂ ਆਓਗੇ, ਸਿਰਫ ਮੈਨੂੰ ਇੱਕੋ ਹੀ ਗੱਲ ਦੱਸੀ ਗਈ। ਫਿਰ ਦੂਸਰੀ ਵਾਰੀ ਮੈਂ UK ਤੋਂ ਮੈਂ 6 ਵਾਰੀ ਰਿਟਰਨ ਆ ਤੇ ਫਿਰ ਮੇਰੀ ਕਿਸੇ ਨਾਲ ਗੱਲਬਾਤ ਹੋ ਗਈ। ਸੋ ਤੁਸੀਂ ਕਿਸੇ ਏਜੰਟ ਕੋਲ ਵੀ ਗਏ ਸੀ? ਹਾਂ, ਫਿਰ ਮੇਰੀ ਕਿਸੇ ਏਜੰਟ ਨਾਲ ਗੱਲ ਹੋ ਗਈ। ਅੱਛਾ। ਉਹਨੇ ਆਪਣੇ ਆਈਡੀਏ ਨਾਲ ਕੀ ਲਾਇਆ ਮੈਨੂੰ ਇਸ ਗੱਲ ਦਾ ਨਹੀਂ ਪਤਾ। ਮੈਨੂੰ ਕਹਿੰਦਾ ਗਿਆਨੀ ਜੀ ਤੁਹਾਡਾ ਕੰਮ ਤੇ ਬਸ ਹੋਇਆ ਹੀ ਹੋਇਆ। ਤੇ ਉਸਨੇ ਫਿਰ ਮੇਰੇ ਕੋਲੋਂ ਜੋ ਪੈਸੇ ਦੀ ਲੈਣ ਦੇਣ ਸੀ 90,000 ਰੁਪਇਆ ਲੈ ਕੇ ਤੇ ਮੈਨੂੰ ਕਹਿੰਦਾ ਵੀ ਤੁਹਾਡਾ ਕੰਮ ਤੁਸੀਂ ਕੁਝ ਨਹੀਂ ਕਰਨਾ। ਉਹਨੇ ਆਪਣੇ ਆਪ ਹੀ ਫਾਰਮ ਵਗੈਰਾ ਭਰ ਕੇ ਤੇ ਕਹਿੰਦਾ ਵੀ ਤੁਸੀਂ ਚਲੇ ਜਾਓ, ਫਿੰਗਰਪ੍ਰਿੰਟ ਦੇ ਕੇ ਵਾਪਸ ਆਇਓ, ਤੁਹਾਡੇ ਪਾਸਪੋਰਟ ਤੇ ਰਿਫਿਊਜ਼ਲ ਦੀ ਮੋਹਰ ਨਹੀਂ ਲੱਗੇਗੀ, ਕੁਝ ਨਹੀਂ ਹੋਏਗਾ। ਤੇ ਇਹ ਕਰਕੇ ਉਸਨੇ ਮੇਰੇ ਕੋਲੋਂ ਅਪਲਾਈ ਕਰਵਾਇਆ ਜੀ। ਸੋ ਬਹੁਤ ਸਾਰੇ ਪੈਸੇ ਵੀ ਖਰਚੇ ਫਿਰ? ਹਾਂ, ਕਾਫੀ ਪੈਸੇ ਖਰਚ ਹੋ ਗਏ। ਫਿਰ ਉਸ ਤੋਂ ਬਾਅਦ ਮੈਂ ਕਿਹਾ ਵੀ ਇਹ ਤੇ ਗਲਤ ਹੋ ਗਿਆ, ਇਸ ਤਰ੍ਹਾਂ ਤੇ ਨਹੀਂ ਹੁਣ। ਉਹ ਕਹਿੰਦਾ ਨਹੀਂ ਜੀ ਨਹੀਂ, ਦੁਬਾਰੇ ਫਿਰ ਮੈਂ ਕਰਦਾ। ਸੋ ਉਹਨੇ ਕੀ ਕਿਹਾ ਕਿ ਕਿੰਨੇ ਪੈਸੇ ਲੱਗਣਗੇ ਔਰ ਕਿੱਦਾਂ ਕੰਮ ਹੋ ਜਾਏਗਾ? ਮੇਰੀ ਉਸ ਨਾਲ 90,000 'ਚ ਗੱਲ ਹੋਈ ਸੀ ਪਹਿਲਾਂ। ਅੱਛਾ, ਓਕੇ। ਹਾਂ, ਉਸ ਤੋਂ ਬਾਅਦ ਫਿਰ ਕਹਿੰਦਾ ਦੇਖਾਂਗੇ ਜਿਸ ਤਰ੍ਹਾਂ ਦਾ ਕੰਮ ਹੋਏਗਾ। ਤੇ ਉਸਨੇ ਫਿਰ ਦੁਬਾਰੇ ਕੀਤਾ। ਦੁਬਾਰੇ ਪਤਾ ਨਹੀਂ ਉਸਨੇ ਕਿੱਥੋਂ ਕੰਪਿਊਟਰ ਤੋਂ ਕੱਢ ਕੇ ਨਾ ਉਹ ਨੈਟ ਤੋਂ ਜੀ ਇੱਕ ਮੈਰਿਜ ਕਾਰਡ ਪਤਾ ਨਹੀਂ ਕਿਸ ਤਰ੍ਹਾਂ ਕਰਕੇ। ਸੋ ਕੋਈ ਜਾਣ ਪਛਾਣ ਦੱਸੀ ਉਹਨੇ ਕਿ ਮੇਰੀ ਕੋਈ ਐਮਬੈਸੀ ਜਾਣ ਪਛਾਣ ਹੈ ਕੁਝ ਇਹੋ ਜਿਹਾ? ਹਾਂ, ਉਸਨੇ ਕਿਹਾ ਸੀਗਾ ਕਹਿੰਦੇ ਮੇਰੇ ਨਾ ਦੋਸਤ ਦੀ ਭਰਜਾਈ ਲੱਗੀ ਹੈ ਉੱਥੇ ਜੀ। ਅੱਛਾ। ਹਾਂ, ਤੁਹਾਨੂੰ ਕੁਝ ਨਹੀਂ ਕਰਨਾ ਪਏਗਾ, ਮੈਂ ਉਹਨਾਂ ਨਾਲ ਮਿਲਾ ਦਾਂਗਾ ਤੁਹਾਨੂੰ, ਬਸ ਤੁਸੀਂ ਜਾ ਕੇ ਉੱਥੇ ਪੇਸ਼ ਹੀ ਹੋਣਾ ਬਸ। ਦੋਨੋਂ ਵਾਰੀ ਉਸਨੇ ਇਸ ਤਰ੍ਹਾਂ ਹੀ ਕਿਹਾ ਸੀਗਾ ਤੇ ਫਿਰ ਦੋਨੋਂ ਵਾਰੀ ਵੀਜ਼ਾ ਨਹੀਂ ਲੱਗਿਆ, ਰਿਫਿਊਜ਼ ਹੋ ਗਿਆ। ਮੈਂ ਉਸਨੂੰ ਕਿਹਾ ਵੀ ਇਹ ਕੀ ਹੋਇਆ? ਕਹਿੰਦੇ ਤੇ ਕਿਸਮਤ ਦੀ ਗੱਲ ਹੁੰਦੀ ਆ, ਜੇ ਕਿਸਮਤ ਦੀ ਗੱਲ ਹੁੰਦੀ ਆ ਤਾਂ ਫਿਰ ਤੂੰ ਕਿਸ ਬਾਤ ਦੇ ਪੈਸੇ ਲੈਣੇ? ਕਿਸਮਤ ਦੀ ਗੱਲ ਤੇ ਉਹ ਆ ਗਿਆ, ਲੇਕਿਨ ਪੈਸੇ ਖੂਬ ਬਟੋਰੇ। ਕੌਣ ਸਾਹਿਬ ਕੀ ਕਹੋਗੇ? ਸੋ ਗਿਆਨੀ ਜੀ, ਤੁਹਾਡਾ ਮਿਲ ਕੇ ਬੜੀ ਖੁਸ਼ੀ ਹੋ ਰਹੀ ਮੈਨੂੰ, ਕਿਉਂਕਿ ਮੈਨੂੰ ਤੁਹਾਡਾ ਕੇਸ ਦਾ ਸਪੈਸੀਫਿਕ ਡਿਟੇਲਸ ਮੈਨੂੰ ਨਹੀਂ ਪਤਾ, ਬਟ ਮੈਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਦੱਸਦਾ ਕਿ ਨਾਰਮਲੀ ਕੀ ਹੁੰਦਾ ਜੀ, ਜਦੋਂ ਗ੍ਰੰਥੀ ਅਮਰੀਕਾ ਜਾਂਦੇ ਨੇ ਤਾਂ ਜਿਹੜੇ ਖਾਸ ਤੌਰ ਜਿੰਨੇ ਗ੍ਰੰਥੀ ਹੁੰਦੇ ਉਹ ਜਾਂਦੇ ਨੇ ਪਟੀਸ਼ਨ ਬੇਸ ਤੇ। ਸਾਡੇ 2 ਟਾਈਪ ਦੇ ਵੀਜ਼ਾ ਨੇ, ਇੱਕ ਹੁੰਦਾ ਨਾਨ ਇਮੀਗ੍ਰੈਂਟ ਵੀਜ਼ਾ, ਇੱਕ ਹੁੰਦਾ ਇਮੀਗ੍ਰੈਂਟ। ਨਾਨ ਇਮੀਗ੍ਰੈਂਟ ਵੀਜ਼ਾ ਦੇ ਅੰਦਰ ਉਸ 'ਚ ਵੀ 3-4 ਕੈਟੇਗਰੀਜ਼ ਨੇ। ਇੱਕ ਹੁੰਦਾ ਟੂਰਿਸਟ ਵੀਜ਼ਾ, ਇੱਕ ਹੁੰਦਾ ਕੰਮ ਲਈ, ਉਹਨੂੰ ਕਹਿੰਦੇ ਪਟੀਸ਼ਨ ਬੇਸਡ, ਤੇ ਇੱਕ ਹੁੰਦਾ ਸਟੂਡੈਂਟ ਵੀਜ਼ਾ। ਹੋਰ ਵੀ ਹੈਗੇ ਬਟ ਇਹ 3 ਮੇਨ ਨੇ। ਸੋ ਜਦੋਂ ਤੁਸੀਂ ਟੂਰਿਸਟ ਵੀਜ਼ਾ 'ਤੇ ਜਾਂਦੇ ਹੋ ਉਸ 'ਚ ਤੁਸੀਂ ਕੰਮ ਨਹੀਂ ਕਰ ਸਕਦੇ। ਸੋ ਕਈ ਵਾਰੀ ਕੀ ਹੁੰਦਾ ਹੈਗਾ, ਮੈਂ ਆਪ ਦੇਖਦਾ ਕਿ ਤੁਹਾਡੇ ਵਰਗੇ ਬੰਦੇ ਆਨੇ, ਗਿਆਨੀ ਜੀ ਆਉਂਦੇ ਨੇ, ਉਹ ਕਹਿੰਦੇ ਅਸੀਂ 4-5 ਮਹੀਨਿਆਂ ਲਈ ਉੱਥੇ ਫਲਾਣੇ ਗੁਰਦੁਆਰੇ ਜਾ ਰਹੇ ਹਾਂ ਤਾਂ ਅਸੀਂ ਸਿਰਫ ਕੀਰਤਨ ਕਰਨਾ। ਠੀਕ ਹੈ ਜੀ। ਪ੍ਰੋਬਲਮ ਇਹ ਹੈ ਕਿ ਜਦੋਂ ਤੁਸੀਂ ਕੀਰਤਨ ਕਰਦੇ ਹੋ ਉਹ ਕੰਮ ਹੈਗਾ। ਠੀਕ ਹੈ ਜੀ। ਤੁਹਾਨੂੰ ਲੱਗਦਾ ਹੈ ਕਿ ਵੀ ਤੁਸੀਂ ਤਾਂ ਸਿਰਫ ਗਾਣੇ ਗਾ ਰਹੇ ਹੋ, ਇਹ ਕਰ ਰਹੇ ਹੋ, ਉਹ ਕਰ ਰਹੇ ਹੋ, ਬਟ ਕਾਨੂੰਨ ਦੇ ਮੁਤਾਬਕ ਟੂਰਿਸਟ ਵੀਜ਼ਾ 'ਤੇ ਜਦੋਂ ਉਹ ਤੁਸੀਂ ਕੰਮ ਕਰ ਰਹੇ ਹੋ। ਸੋ ਮੇਰਾ ਐਡਵਾਈਸ ਇਹ ਹੈ, ਮੇਰੀ ਸਲਾਹ ਤੁਹਾਨੂੰ ਇਹ ਹੈ ਕਿ ਜੇ ਤੁਸੀਂ ਜਾਣਾ ਹੈ, ਇਟਸ ਕਾਲਡ R ਵੀਜ਼ਾ। ਠੀਕ ਹੈ, ਰਿਲੀਜੀਅਸ ਵੀਜ਼ਾ, R1 ਵੀਜ਼ਾ। ਹਾਂਜੀ, R1 ਵੀਜ਼ਾ ਲਈ ਤੁਸੀਂ ਪਟੀਸ਼ਨ ਫਾਈਲ ਕਰੋ। ਉਹ ਗੁਰਦੁਆਰੇ ਕਈ ਕਰਦੇ ਨੇ
ਉਹਦੇ ਬੇਸਿਸ ਤੇ ਚਲੇ ਜਾਓ। ਜੀ ਤੁਹਾਡਾ ਕੀ ਸਵਾਲ ਹੈ, ਕਿੱਥੋਂ ਆਏ ਹੋ ਤੁਸੀਂ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਨ 2000 ਵਿੱਚ ਰਾਗੀ ਜਥੇ ਨਾਲ ਅਪਲਾਈ ਕੀਤਾ ਸੀ, ਸਪਾਂਸਰ ਆਏ ਸੀ ਅਮਰੀਕਾ ਤੋਂ, ਹਾਂਜੀ ਤੇ ਉਹ ਦੋ ਜਿਹੜੇ ਮੇਰੇ ਸਾਥੀ ਸੀ ਉਹ ਕਹਿੰਦੇ ਇਹਨਾਂ ਦੇ ਕੋਰੇ ਵੀਜ਼ੇ ਹਨ, ਤੇ ਮਤਲਬ ਕੋਰੇ ਪਾਸਪੋਰਟ ਹੈਗੇ, ਤੇ ਮੇਰੇ ਪਾਸਪੋਰਟ ਦੇ ਵੀਜ਼ੇ ਲੱਗੇ ਹੋਏ ਸੀ ਦੋ, ਨਾਰਵੇ ਤੇ ਡੈਨਮਾਰਕ ਦੇ। ਹਾਂਜੀ ਅਸੀਂ 3 ਮਹੀਨੇ ਵਾਸਤੇ ਬੁਕਿੰਗ ਤੇ ਗਏ ਸੀ, ਰਾਗੀ ਜੱਥਾ ਸੀ ਸਾਡਾ। ਤੇ ਉਹ ਕਹਿਣ ਲੱਗੇ ਬੱਚੇ ਛੋਟੇ ਹਨ, ਤੁਸੀਂ ਅਜੇ ਛੋਟੀ ਮੋਟੀ ਕੰਟਰੀ 'ਚ ਪਹਿਲਾਂ ਉਹ ਆਓ ਤੇ ਬਾਅਦ 'ਚ ਤੁਹਾਨੂੰ ਦੂਜੀ ਵਾਰ ਆਓਗੇ ਫਿਰ ਦਿਆਂਗੇ। ਦੂਜੀ ਵਾਰ ਗਿਆ, ਫਿਰ ਮੇਰੇ ਸਾਥੀ ਦੂਜੇ ਸੀ, ਉਹ ਕਹਿੰਦੇ ਤੁਸੀਂ ਵਾਪਸ ਨਹੀਂ ਆਓਗੇ, ਇਸ ਕਰਕੇ ਤੁਹਾਨੂੰ ਵੀਜ਼ਾ ਨਹੀਂ ਦੇਣਾ, ਸੌਰੀ ਕਹਿਤਾ। ਹਾਂਜੀ ਅਗੇਨ ਤੁਹਾਡੇ ਸਪੈਸੀਫਿਕ ਕੇਸ ਬਾਰੇ ਤਾਂ ਮੈਂ ਖੈਰ ਕੁਝ ਕਹਿ ਨਹੀਂ ਸਕਦਾ, ਬਟ ਜਨਰਲੀ ਇਹੀ ਹੁੰਦਾ ਹੈ ਕਿ ਜਿਹੜੇ ਤੁਹਾਡੇ ਵਰਗੇ ਰਾਗੀ ਜਾਂਦੇ ਨੇ ਜਾਂ ਗ੍ਰੰਥੀ ਜਾਂਦੇ ਨੇ, ਤੁਹਾਡੇ ਵਰਗਾ ਸਰ, ਜਦੋਂ ਅਸੀਂ ਤੁਹਾਨੂੰ 3-4 ਸਵਾਲ ਪੁੱਛਦੇ ਹਾਂ ਜੀ, ਨੋਰਮਲੀ ਅਸੀਂ ਪੁੱਛਦੇ ਹਾਂ ਤੁਸੀਂ ਕਿੱਥੇ ਜਾ ਰਹੇ ਹੋ, ਕਾਹਦੇ ਲਈ ਜਾ ਰਹੇ ਹੋ, ਤਾਂ ਥੋੜ੍ਹਾ ਜਿਹਾ ਕਿਉਂਕਿ ਅਨਫੋਰਚੂਨੇਟਲੀ ਕਈ ਜਿਹੜੇ ਲੋਕੀ ਆਉਂਦੇ ਹੈ ਉਹ ਗ੍ਰੰਥੀ ਨਹੀਂ ਹੁੰਦੇ, ਪਤਾ ਲੱਗਦਾ, ਸ਼ਕਲ ਤੋਂ ਪਤਾ ਲੱਗ ਜਾਂਦਾ ਹੈ, ਠੀਕ ਹੈ ਜੀ। ਤੁਹਾਨੂੰ ਪਤਾ ਹੀ ਹੈ ਜਿਹਨੇ ਹੇਰਾਫੇਰੀ ਕਰਨੀ ਹੈ ਉਹਨੇ ਹੇਰਾਫੇਰੀ ਕਰਨੀ ਹੈ। ਅਨਫੋਰਚੂਨੇਟਲੀ ਉਹ ਜਿਹੜੇ 5-6-8% ਬੰਦੇ ਹੈਗੇ ਨਾ, ਉਹਨਾਂ ਨੇ ਸਾਰਿਆਂ ਲਈ ਇਹ ਗਲਤ ਵਹਿਮ ਲਗਾਇਆ ਕਿ ਸਾਰੇ ਇੱਦਾਂ ਦੇ ਹੈਗੇ, ਵਿਚ ਇਜ਼ ਨਾਟ ਦ ਕੇਸ। ਸੋ ਜਦੋਂ ਤੁਸੀਂ ਆਉਂਦੇ ਹੋ ਸਾਡੇ ਕੋਲ, ਅਸੀਂ ਤੁਹਾਡੇ ਨਾਲ ਸਵਾਲ ਪੁੱਛਦੇ ਹੈਗੇ ਹਾਂ, ਅਸੀਂ ਦੇਖਦੇ ਹਾਂ ਤੁਸੀਂ ਕਿੱਥੇ ਕਿੱਥੇ ਗਏ ਹੈਗੇ ਹੋ, ਤੇ ਜੇ ਸਾਨੂੰ ਲੱਗੇ ਕਿ ਤੁਸੀਂ ਸਵਾਲ ਦੇ ਸਹੀ ਜਵਾਬ ਦੇ ਰਹੇ ਹੋ, ਅਸੀਂ ਤੁਹਾਨੂੰ ਵੀਜ਼ਾ ਦੇਣ ਨੂੰ ਤਿਆਰ ਹਾਂ, ਸਾਨੂੰ ਕੋਈ ਐਸੀ ਪ੍ਰੋਬਲਮ ਨਹੀਂ ਹੈ। ਬਿਲਕੁਲ ਸਹੀ ਜਿਹੜਾ ਇਨਫੋਰਮੇਸ਼ਨ ਦੇਣਾ ਉਹ ਬਹੁਤ ਲਾਜ਼ਮੀ ਹੈ, ਹਾਂਜੀ। ਬਿਲਕੁਲ ਸਹੀ ਜਿਹੜੀ ਹੈ ਜਾਣਕਾਰੀ ਦੇਣਾ ਬਹੁਤ ਜ਼ਰੂਰੀ ਹੈ। ਸੋ ਇਹ ਅਸੀਂ ਦੋ ਕੇਸ ਦੇਖੇ ਨੇ ਜਿਸ ਵਿੱਚ ਏਜੰਟ ਦੇ ਚੱਕਰ ਵਿੱਚ ਫਸ ਕੇ ਜਿਹੜਾ ਹੈ ਪੈਸੇ ਵੀ ਬਰਬਾਦ ਕੀਤੇ ਨੇ, ਲੇਕਿਨ ਜੇ ਤੁਸੀਂ ਇਮਾਨਦਾਰੀ ਦੇ ਨਾਲ ਆਪਣੇ ਜਿਹੜਾ ਹੈ ਜਦੋਂ ਵੀਜ਼ਾ ਅਪਲਾਈ ਕਰੋਗੇ, ਉੱਥੇ ਜੋ ਸਵਾਲ ਤੁਹਾਡੇ ਕੋਲ ਪੁੱਛੇ ਜਾਂਦੇ ਨੇ ਐਮਬੈਸੀ ਦੇ, ਉਸ ਦੇ ਜਵਾਬ ਦਿਓਗੇ ਤਾਂ ਯਕੀਨਨ ਤੁਹਾਨੂੰ ਜੋ ਮੁਸ਼ਕਿਲਾਂ ਪੇਸ਼ ਆਈਆਂ ਨੇ ਸਾਰਿਆਂ ਨੂੰ ਉਹ ਨਹੀਂ ਆਉਣਗੀਆਂ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਸਾਡੇ ਨਾਲ ਸਟੂਡੈਂਟਸ ਵੀ ਸਟੂਡੀਓ ਵਿੱਚ ਮੌਜੂਦ ਨੇ ਜਿਨ੍ਹਾਂ ਨੇ, ਔਰ ਕਈ ਅਜਿਹੇ ਵੀ ਨੇ ਜਿਹੜੇ ਕਿ ਏਜੰਟ ਦੇ ਥਰੂ ਨਹੀਂ ਗਏ, ਆਪਣੇ ਆਪ ਉਹਨਾਂ ਨੇ ਵੀਜ਼ਾ ਅਪਲਾਈ ਕੀਤਾ, ਉਹਨਾਂ ਦੇ ਨਾਲ ਵੀ ਉਹਨਾਂ ਦੇ ਸਵਾਲ ਵੀ ਅਸੀਂ ਲਵਾਂਗੇ। ਇੱਕ ਛੋਟੀ ਜਿਹੀ ਬ੍ਰੇਕ ਲੈਤੇ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਸਵਾਗਤ ਹੈ, ਔਰ ਸਾਡੇ ਨਾਲ ਵੀਜ਼ਾ ਆਫਿਸਰ ਕਾਲ ਜੀ ਲਗਾਤਾਰ ਬਣੇ ਹੋਏ ਨੇ ਜਿਹੜੇ ਕਿ ਤੁਹਾਡੇ ਸਵਾਲਾਂ ਦੇ ਜਵਾਬ ਦੇ ਰਹੇ ਨੇ। ਅਸੀਂ ਕੁਝ ਐਸਐਮਐਸਸ ਔਰ ਈਮੇਲਸ ਆਈਆਂ ਨੇ, ਉਸ ਦੇ ਸਵਾਲ ਵੀ ਉਹਨਾਂ ਤੋਂ ਜਾਣਾਂਗੇ, ਲੇਕਿਨ ਕੁਝ ਸਟੂਡੈਂਟਸ ਸਾਡੇ ਨਾਲ ਇਸ ਵੇਲੇ ਮੌਜੂਦ ਨੇ, ਉਹਨਾਂ ਤੋਂ ਵੀ ਉਹਨਾਂ ਦੇ ਸਵਾਲ ਅਸੀਂ ਜਾਣਦੇ ਹਾਂ। ਜੀ ਤੁਸੀਂ ਕਿੱਥੋਂ ਆਏ ਔਰ ਕੀ ਸਵਾਲ ਹੈ ਤੁਹਾਡਾ? ਮੈਂ ਦਿੱਲੀ ਤੋਂ ਹੀ ਹਾਂ ਖਾਲਸਾ। ਹਾਂਜੀ ਮੇਰਾ ਕੁਐਸਚਨ ਇਹ ਹੈ ਕਿ ਮੈਂ ਅਪਲਾਈ ਕੀਤਾ ਸੀ ਲਾਸਟ ਈਅਰ ਇਨ ਸੈਪਟੈਂਬਰ, ਹਾਂਜੀ ਦੈਟਸ ਫॉर ਟੂਰਿਸਟ ਵੀਜ਼ਾ, ਹਾਂਜੀ ਐਂਡ ਦੇ ਰਿਫਿਊਜ਼ਡ ਇਟ। I don't know, maybe the reason I'm going alone, I'm a married person, so maybe that's the reason, but I still have a doubt. ਹਾਂਜੀ ਸੋ ਅਗੇਨ ਟੂਰਿਸਟ ਵੀਜ਼ਾ ਦਾ ਕੀ ਕ੍ਰਾਈਟੇਰੀਆ ਕੀ ਹੁੰਦਾ ਹੈ, ਐਂਡ ਕਈਆਂ ਨੂੰ ਇਹ ਪਤਾ ਨਹੀਂ ਹੁੰਦਾ, ਤੁਹਾਡੇ ਦਰਸ਼ਕਾਂ ਨੂੰ ਮੈਂ ਦੱਸਦਾ। ਕਾਨੂੰਨ ਦੇ ਮੁਤਾਬਕ ਅਸੀਂ ਇਹ ਅਸੂਮ ਕਰਦੇ ਹੈਗੇ, ਆਈ ਐਮ ਰਿਕੁਆਇਰਡ ਟੂ ਅਸੂਮ ਕਿ ਜਿਹੜਾ ਮੇਰੇ ਸਾਹਮਣੇ ਖੜਾ ਹੈ ਉਹ ਇਮੀਗ੍ਰੇਟ ਕਰੇਗਾ, ਠੀਕ ਹੈ ਜੀ, ਉਹ ਮੇਰੇ ਤੇ ਕਾਨੂੰਨ ਦਾ ਰੂਲ ਹੈਗਾ। ਸੋ ਜੇ ਮੈਨੂੰ ਲੱਗੇ ਕਿ ਤੁਸੀਂ, ਜੇ ਮੈਨੂੰ ਮਾੜਾ ਜਿਹਾ ਵੀ ਸ਼ੱਕ ਹੈਗਾ ਕਿ ਤੁਸੀਂ ਸ਼ਾਇਦ ਵਾਪਸ ਨਾ ਆਓ, ਤੁਹਾਨੂੰ ਮੈਂ ਬਾਈ ਲਾਅ ਤੁਹਾਨੂੰ ਮੈਂ ਵੀਜ਼ਾ ਨਹੀਂ ਦੇ ਸਕਦਾ, ਠੀਕ ਹੈ ਜੀ। ਸੋ ਅਸੀਂ ਇਹੀ ਦੇਖਦੇ ਹਾਂ ਕਿ ਤੁਸੀਂ ਕਾਹਦੇ ਲਈ ਜਾ ਰਹੇ ਹੋ, ਕੀ ਦੇਖਣ ਜਾਂਦੇ ਹੋ, ਤੁਸੀਂ ਕਿੱਦਾਂ ਪੈਸੇ ਦਿਓਗੇ, ਇਹੋ ਜਿਹੇ ਸਵਾਲ ਪੁੱਛਦੇ ਹਾਂ ਅਸੀਂ ਜਨਰਲੀ ਸਪੀਕਿੰਗ। ਹੁਣ ਤੁਹਾਡਾ ਸਪੈਸੀਫਿਕ ਕੇਸ ਬਾਰੇ ਤਾਂ ਮੈਨੂੰ ਪਤਾ ਨਹੀਂ, ਤੇ ਮੈਂ ਗੱਲ ਕਰ ਸਕਦਾ ਬਾਅਦ 'ਚ, ਬਟ ਜਨਰਲੀ ਅਸੀਂ ਇਹੀ ਦੇਖਦੇ ਹਾਂ ਕਿ ਤੁਸੀਂ ਕੀ ਕੰਮ ਕਰਦੇ ਹੋ, ਕਿੱਦਾਂ ਦੇ ਕੰਮ ਕਰਦੇ ਹੋ, ਤੁਸੀਂ ਕਦੀ ਬਾਹਰ ਗਏ ਹੋ ਕਿ ਨਹੀਂ, ਠੀਕ ਹੈ ਜੀ, ਤੁਸੀਂ ਵਿਆਹ, ਤੁਸੀਂ ਕਹਿੰਦੇ ਤੁਸੀਂ ਵਿਆਹੇ ਹੋ, ਅਸੀਂ ਇਹੋ ਜਿਹੀ ਚੀਜ਼ ਦੇਖਦੇ ਹਾਂ। ਅਤੇ ਜੇ ਸਾਨੂੰ ਲੱਗੇ ਕਿ ਜਿਹੜਾ ਬੰਦਾ ਸਾਡੇ ਸਾਹਮਣੇ ਖੜਾ ਹੈ ਇਹ ਵਾਕਈ ਠੀਕ ਬੋਲ ਰਿਹਾ, ਨੋਰਮਲੀ ਉਸ ਬੰਦੇ ਨੂੰ ਅਸੀਂ ਵੀਜ਼ਾ ਦਿੰਦੇ ਹਾਂ। ਬਟ ਤੁਹਾਨੂੰ ਮੈਂ ਐਗਜ਼ਾਮਪਲ ਦਿੰਦਾ, ਸਾਡੇ ਕੋਲ ਕਈ ਲੋਕ ਆਉਂਦੇ ਹੈ, ਕਹਿੰਦੇ ਆ ਜੀ ਫੋਰ ਐਗਜ਼ਾਮਪਲ ਮੈਂ ਖੇਤੀਬਾੜੀ ਕਰਦਾ, ਠੀਕ ਹੈ ਖੇਤੀਬਾੜੀ ਕਰੋ, ਮੈਂ ਤੁਹਾਡੇ ਕੋਲ ਜ਼ਮੀਨ ਕਿੰਨੀ ਆ? 1 ਏਕੜ ਹੈ। ਤੁਸੀਂ ਇੰਡੀਆ ਤੋਂ ਬਾਹਰ ਗਏ ਹੋ ਕਦੀ? ਨਹੀਂ। ਤੁਸੀਂ ਮੈਨੂੰ ਆਪ ਦੱਸੋ, ਜਿਹੜੇ ਬੰਦੇ ਕੋਲ 1 ਏਕੜ ਜ਼ਮੀਨ ਹੈ, ਉਹ ਜਿਹੜੇ ਖਰਚੇ USA ਜਾਣ ਦੇ ਵਗੈਰਾ, ਉਹ ਸਿੰਗਾਪੁਰ ਨਹੀਂ ਗਏ, ਜਾਪਾਨ ਨਹੀਂ ਗਏ, ਉਹ ਅਮਰੀਕਾ ਕਿਉਂ ਜਾਏਗਾ? ਸਮਝਿਆ ਨਾ? ਸਾਨੂੰ ਇਹ ਹੁੰਦਾ ਕਿ ਹੁਣ ਬਿਕਾਜ਼ ਮੈਨੂੰ ਥੋੜ੍ਹਾ ਜਿਹਾ ਸ਼ੱਕ ਹੈਗਾ, ਕਾਨੂੰਨ ਦੇ ਮੁਤਾਬਿਕ ਮੈਂ ਉਸ ਨੂੰ ਮਨਾ ਕਰਾਂਗਾ, ਠੀਕ ਹੈ ਜੀ। ਸੋ ਮੈਂ ਤੁਹਾਡੇ ਨਾਲ ਬਾਅਦ 'ਚ ਗੱਲ ਕਰ ਸਕਦਾ। ਚਾਹੂੰਗੀ ਸੋ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਕੁਝ ਛੋਟੀ ਕੰਟਰੀਜ਼ ਨੇ ਗਏ ਕਿਉਂਕਿ ਤੁਹਾਡੇ ਕੋਲ ਖਰਚਾ US ਜਾਣ ਦਾ ਉਹਨਾਂ ਨਹੀਂ ਹੈ, ਸੋ ਛੋਟੀ ਕੰਟਰੀਜ਼ ਵਿੱਚ ਜਾਣ ਲਈ ਫਿਰ ਫਾਇਦਾ ਹੁੰਦਾ ਜੇ US ਉਸ ਤੋਂ ਬਾਅਦ ਲਗਾਉਣਾ? ਨਹੀਂ, ਇਟ ਡਿਪੈਂਡਸ। ਸੋ ਜੇ ਕਿਤੇ ਗਏ, ਜੇ ਮੈਨੂੰ ਲੱਗੇ ਕਿ ਵਾਕਈ ਤੁਸੀਂ ਟੂਰਿਸਟ ਪਰਪਸ ਲਈ ਗਏ ਤੇ ਵਾਪਸ ਆ ਗਏ ਹੋ, ਠੀਕ ਹੈ, ਦੈਟਸ ਇਨ ਯੋਰ ਫੇਵਰ। ਬਟ ਜੇ ਮੈਨੂੰ ਲੱਗੇ ਤੁਸੀਂ ਠੱਪਾ ਲਗਾ ਕੇ ਵਾਪਸ ਆ ਗਏ ਹੋ, ਡੋਂਟ ਡੂ ਦੈਟ। ਉਹ ਫਟ ਪਤਾ ਲੱਗ ਜਾਂਦਾ ਕਿ ਤੁਸੀਂ ਆਪਣੇ ਉੱਥੇ ਚਲੇ ਗਏ, ਠੱਪਾ ਲਗਾ ਕੇ ਵਾਪਸ ਆ ਗਏ, ਉਹ ਸਾਨੂੰ ਪਤਾ ਲੱਗ ਜਾਏਗਾ, ਦੈਟ ਵਿਲ ਹਰਟ ਯੂ। ਕਿਉਂ ਉਹੀ ਮੈਂ ਗੱਲ ਤੁਹਾਨੂੰ ਪਹਿਲਾਂ ਵੀ ਦੱਸ ਰਿਹਾ ਸੀਗਾ, ਝੂਠ ਨਾ ਬੋਲੋ, ਗਲਤ ਕੰਮ ਨਾ ਕਰੋ। ਗਲਤ ਕੰਮ ਕਰੋਗੇ
ਪੱਕਾ 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 ਫੜੇ ਜਾਓਗੇ। ਬਹੁਤ ਸਾਰੇ ਸਟੂਡੈਂਟਸ ਜਿਹੜੇ ਨੇ ਵੀਜ਼ਾ ਅਪਲਾਈ ਕਰਦੇ ਨੇ, ਉਹਨਾਂ ਦਾ ਇੱਕ ਇਹ ਵੀ ਸਵਾਲ ਬਹੁਤ ਸਾਰੇ ਐਸਐਮਐਸ ਵਿੱਚ ਆਇਆ ਕਿ ਆਪਣੇ ਸਪਾਊਸ ਨੂੰ ਵੀ ਨਾਲ ਲੈ ਕੇ ਜਾ ਸਕਦੇ ਨੇ। ਸਟੂਡੈਂਟ ਵੀਜ਼ਾ ਤੇ ਯਾ ਹਾਂਜੀ, ਸੋ ਸਟੂਡੈਂਟ ਵੀਜ਼ਾ ਹੁੰਦਾ ਹੈ F1, F ਕੈਟਾਗਰੀ ਹੁੰਦਾ ਹੈ। F1 is for the applicant ਜਿਹੜਾ ਪੜ੍ਹਨ ਚੱਲਿਆ, F2 and F4 are the spouse and the children. So absolutely ਜਦੋਂ ਅਪਲਾਈ ਕਰਦੇ ਪਹਿਲੀ ਵਾਰੀ ਉਸੇ ਵੇਲੇ ਡਿਕਲੇਅਰ ਕਰਦੇ ਹਨ ਕਿ ਮੇਰੀ ਵਾਈਫ, ਹਸਬੈਂਡ, ਵਾਈਫ, ਬੱਚੇ ਵਗੈरह ਨਾਲ ਜਾ ਰਹੇ ਹਨ, ਤਾਂ ਉਹਦੇ ਮੁਤਾਬਕ ਉਹਨਾਂ ਨੂੰ ਵੀਜ਼ਾ ਮਿਲ ਜਾਂਦਾ ਹੈ। ਜੀ, ਸੋ ਦੇ ਕੈਨ ਵਰਕ ਆਲਸੋ ਜਿਹੜੇ ਸਟੂਡੈਂਟ ਵੀਜ਼ਾ ਤੇ ਨੇ? No. No. People who are on a student visa cannot work, should not work. So ਜੇ ਤੁਸੀਂ ਕੋਈ ਸਟੂਡੈਂਟ ਵੀਜ਼ਾ ਤੇ ਜਾ ਰਹੇ ਆ, unless ਤੁਹਾਨੂੰ ਯੂਨੀਵਰਸਿਟੀ ਵਾਲੇ ਪਰਮਿਸ਼ਨ ਦੇਣ in writing, ਠੀਕ ਹੈ, ਉਸ ਤੋਂ ਪਹਿਲਾਂ ਕਦੀ ਕੰਮ ਨਾ ਕਰਨਾ, ਕਿਉਂਕਿ ਫੜੇ ਜਾਓਗੇ ਤੇ you'll be asked to leave. ਓਕੇ, ਸੋ ਸਟੂਡੈਂਟ ਵੀਜ਼ਾ ਤੇ ਤੁਸੀਂ ਆਖਰ ਦੇਖਿਆ ਜਾਏ ਤੁਸੀਂ ਜਾ ਰਹੇ ਹੋ ਪੜ੍ਹਨ ਲਈ ਜਾ ਰਹੇ ਪੜਨ ਹੋ, ਨਹੀਂ ਜਾ ਰਹੇ। ਪੜ੍ਹ ਕੇ ਉਹਦੇ ਬਾਅਦ ਜੋ ਕਰਨਾ ਕਰੋ, ਪਰ ਪਹਿਲਾਂ ਪੜ੍ਹਾਈ ਖਤਮ ਕਰੋ, ਫਿਰ ਅੱਗੇ ਜੋ ਕੰਮ ਕਰਨਾ ਕਰੋ। ਓਕੇ, ਸਾਡੇ ਨਾਲ ਕੁਝ ਸਟੂਡੈਂਟਸ ਹੋਣੇ, ਉਹਨਾਂ ਤੋਂ ਜਾਣਦੇ ਆ। ਜੀ, ਤੁਸੀਂ ਕਿੱਥੋਂ ਆਏ ਹੋ, ਕੀ ਸਵਾਲ ਹੈ ਤੁਹਾਡਾ? ਮੈਂ ਸਵਾਲ ਪੁੱਛਣਾ ਸੀਗਾ ਕਿ ਮੇਰੀ ਸਿਸਟਰ ਐਂਡ ਜੀਜਾ ਜੀ ਮੇਰੇ ਬਾਹਰ ਨੇ ਤੇ ਯੂਕੇ ਨੇ, ਉਹਨਾਂ ਕੋਲ ਮੈਂ ਜਾਣਾ ਵਾ ਤੇ ਮੈਂ ਉੱਥੇ ਕੰਮ ਕਰਨਾ। ਤੁਹਾਡੀ ਸਿਸਟਰ ਦੇ ਜੀਜਾ ਕਿੱਥੇ ਰਹਿੰਦੇ ਨੇ? ਯੂਐਸ ਦੇ ਵਿੱਚ ਹੀ ਨੇ। US ਵਿੱਚ? ਹਾਂਜੀ, ਓਕੇ। ਸੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ ਸੀਗਾ, ਜੇ ਤੁਸੀਂ ਕਹਿ ਰਹੇ ਹੋ ਤੁਸੀਂ ਕੰਮ ਕਰਨ ਲਈ ਜਾਣਾ ਹੈ, ਠੀਕ ਹੈ, ਤੁਸੀਂ ਟੂਰਿਸਟ ਵੀਜ਼ਾ ਲਈ ਨਾ ਅਪਲਾਈ ਕਰੋ, ਓਕੇ, ਕਿਉਂਕਿ ਤੁਸੀਂ ਕਹਿ ਰਹੇ ਹੋ ਮੈਂ ਕੰਮ ਲਈ ਜਾਣਾ ਹੈ, ਟੂਰਿਸਟ ਵੀਜ਼ਾ ਤਾਂ ਤੁਸੀਂ ਕੰਮ ਨਹੀਂ ਕਰ ਸਕਦੇ। ਤੁਹਾਡੇ ਲਈ ਬੈਸਟ ਟੈਕਨੀਕ ਇਹ ਹੈ ਕਿ ਤੁਸੀਂ ਆਪਣੇ ਸਿਸਟਰ ਨੂੰ ਕਹੋ ਤੁਹਾਡੇ ਲਈ ਇਮੀਗ੍ਰੈਂਟ ਵੀਜ਼ਾ ਦਾ ਪਟੀਸ਼ਨ ਫਾਈਲ ਕਰ ਲੈਣ, ਟਾਈਮ ਲੱਗੇਗਾ, ਅਤੇ ਤੁਹਾਡੇ ਸਪੈਸੀਫਿਕ ਕੇਸ ਦੇ ਪਿੱਛੇ ਜਿੱਦਾਂ ਵੀ ਕ੍ਰਾਈਟੀਰੀਆ ਹੈਗਾ ਉਹਦੇ ਨਾਲ ਤੁਸੀਂ ਸ਼ਾਇਦ ਜਾ ਸਕਦੇ ਹੋ, ਠੀਕ ਹੈ। ਬਟ ਜਦੋਂ ਤੱਕ ਤੁਹਾਡੀ ਸਿਸਟਰ ਜਾਂ ਕੋਈ ਪਟੀਸ਼ਨ ਨਾ ਹੋਏ ਤੁਹਾਡੇ ਲਈ, ਗਲਤ ਕੰਮ ਨਾ ਕਰਨਾ, ਤੁਸੀਂ ਟੂਰਿਸਟ ਵੀਜ਼ੇ 'ਤੇ ਅਪਲਾਈ ਕਰਕੇ ਕੋਸ਼ਿਸ਼ ਨਾ ਕਰਨਾ ਜਾਣ ਦੀ, ਕਿਉਂਕਿ ਫੜੇ ਜਾਓਗੇ ਫਿਰ ਤੁਹਾਨੂੰ ਡਿਪੋਰਟ ਕਰ ਦੇਣਗੇ। ਸੋ ਐਨੀ ਮਿਨੀਮਮ ਕੁਆਲੀਫਿਕੇਸ਼ਨ ਆਲਸੋ ਇਜ਼ ਰਿਕੁਆਇਰਡ ਜੇ ਤੁਸੀਂ ਬਾਹਰ ਜਾਣਾ ਹੈ ਕੰਮ ਲਈ? ਕੁਝ ਕੰਮ ਲਈ ਡਿਫਰੈਂਟ ਹੈ। ਕੰਮ ਲਈ ਜੇ ਤੁਸੀਂ ਜਾ ਰਹੇ ਹੋ, ਜਿਹੜੇ ਕੰਪਨੀਜ਼ ਹੈਗੇ ਆ ਉਹ ਪਟੀਸ਼ਨ ਫਾਈਲ ਕਰਦੇ ਆ ਕਿ ਅਸੀਂ ਫਲਾਣੇ ਬੰਦੇ ਨੇ ਸਾਡੇ ਲਈ ਕੰਮ ਕਰਨਾ ਫਲਾਣੇ ਜਗ੍ਹਾ ਅਮਰੀਕਾ 'ਚ, ਅਤੇ ਉਹ ਆਪ ਹੀ ਆਪਣਾ ਉਹ ਫਾਈਲ ਕਰਦੇ US 'ਚ। ਉੱਥੋਂ ਫਿਰ ਸਾਨੂੰ ਇੰਟੀਮੇਸ਼ਨ ਆਉਂਦਾ ਹੈ ਕਿ ਸੋ ਪਰਸਨ ਅਪਰੂਵ ਹੋ ਗਿਆ, ਅਸੀਂ ਉਹ ਦੇਖਦੇ ਹਾਂ, ਪਟੀਸ਼ਨ ਫਾਈਲ ਦੇਖਦੇ ਹਾਂ ਸਾਰਾ, ਫਿਰ ਥੋੜ੍ਹੇ ਜਿਹੇ ਸਵਾਲ ਪੁੱਛਦੇ ਹਾਂ, ਅਤੇ ਜਦ ਸਾਨੂੰ ਲੱਗੇ ਠੀਕ ਹੈ ਜਾਓ, ਪਰ ਖੁਸ਼ੀ ਜਿਸ ਨਾਲ ਤਰ੍ਹਾਂ ਇਹ ਜਾਓ। ਕਹਿ ਰਹੇ ਨੇ ਕਿ ਬਾਹਰ ਕੰਮ ਕਰਨ ਲਈ ਜਾਣਾ ਚਾਹੁੰਦੇ, ਹੀ ਸੇਇੰਗ ਦੈਟ, ਬਟ ਕਈ ਐਸੇ ਹੋਣਗੇ ਕਿ ਮੈਂ ਕੰਮ ਕਰਨ ਲਈ ਜਾਣਾ ਹੈ, ਮੈਂ ਆਪੇ ਕੰਮ ਲੱਭ ਲੂੰਗਾ, ਕੁਝ ਵੀ ਮੈਨੂੰ ਮਿਲ ਜਾਏਗਾ, ਬਸ ਜਸਟ ਲੈਟ ਮੀ ਗੋ। That's illegal. ਓਕੇ, That's illegal. That's the point ਕਿ that's illegal, and ਉਹ ਇਹੋ ਜਿਹੇ ਕੰਮ ਨਾ ਕਰੋ। ਮੇਰੀ ਸਿਸਟਰ ਉਧਰੋਂ ਅਪਲਾਈ ਕਰਨਗੇ, ਮੈਂ ਉਸ ਤੋਂ ਕਿੰਨੇ ਸਮੇਂ ਬਾਅਦ ਜਾ ਸਕਦਾ ਹਾਂ? ਇਟ ਡਿਪੈਂਡਸ, ਤੁਹਾਡੇ ਸਿਸਟਰ ਦਾ ਜਿਹੜਾ ਸਪੈਸੀਫਿਕ ਕੇਸ ਹੈਗਾ, ਇਟ ਡਿਪੈਂਡ, ਸਾਰਾ ਉੱਥੋਂ ਪਟੀਸ਼ਨ ਸਾਰੇ ਕਾਗਜ਼ਾਤ ਆਉਂਦੇ ਆ, ਉਹਦੇ ਨਾਲ ਸਾਨੂੰ ਪਤਾ ਲੱਗੇਗਾ। ਮੇਰੀ ਬੈਚਲਰਸ ਕੰਪਲੀਟ ਹੋਈ ਹੈ ਹਲੇ, ਤੇ ਮੈਂ ਉੱਥੇ ਵਰਕ ਵਾਸਤੇ ਹੀ ਜਾਣਾ ਚਾਹੁੰਦਾ। ਹਾਂਜੀ, ਤੇ ਉਹਦਾ ਪ੍ਰੋਪਰ ਕੀ ਪ੍ਰੋਸੀਜਰ ਹੋਏਗਾ ਕਿ ਉੱਥੇ ਮੇਰਾ ਕੋਈ ਰਿਲੇਟਿਵ ਵੀ ਨਹੀਂ ਹੈ, ਤੇ ਕੀ ਪ੍ਰੋਸੀਜਰ ਹੈ ਉੱਥੇ ਫਿਰ? ਹਾਂਜੀ, ਦੈਟਸ ਅ ਗੁੱਡ ਕੁਐਸਚਨ। ਸੋ ਕਈ ਬੱਚੇ ਆਉਂਦੇ ਜਿਨ੍ਹਾਂ ਨੇ ਬੈਚਲਰਸ ਕੀਤੀ ਹੈ ਵਗੈਰਾ, ਕੰਮ ਕਰਨ ਜਾਣਾ ਚਾਹੁੰਦੇ ਆ। ਦ ਬੈਸਟ ਥਿੰਗ ਇਹ ਹੈ ਕਿ ਪਹਿਲਾਂ ਤੁਸੀਂ ਇੱਥੇ ਕੋਈ ਨੌਕਰੀ ਲੱਭੋ, ਠੀਕ ਹੈ, ਅਤੇ ਕਈ ਕੰਪਨੀਜ਼ ਇੱਥੇ ਹੈਗੇ ਜਿਨ੍ਹਾਂ ਦੇ ਉੱਥੇ ਕੰਮ ਕਰਦੇ ਹੈਗੇ ਹੈ, ਕੰਮ ਉੱਥੇ ਆਫਸ਼ੋਰ ਕੰਮ ਹੁੰਦਾ ਹੈ, ਸੋ ਉਹ ਤੁਹਾਨੂੰ ਭੇਜਦੇ ਆ, ਤੁਸੀਂ ਪਟੀਸ਼ਨ ਬੇਸ 'ਤੇ ਜਾਂਦੇ ਹੋ, ਉੱਥੇ ਕੰਮ ਕਰਕੇ ਤੁਸੀਂ ਇਟਸ ਕਾਲਡ ਐਨ H1 ਵੀਜ਼ਾ, L1 ਵੀਜ਼ਾ, ਇਹੋ ਜਿਹੇ ਪਟੀਸ਼ਨਸ ਹੁੰਦੇ ਆ। ਜੇ ਤੁਹਾਨੂੰ ਕੋਈ ਅਮਰੀਕਨ ਕੰਪਨੀ, ਇੰਡੀਅਨ ਕੰਪਨੀ ਹਾਇਰ ਕਰਕੇ ਉੱਥੇ ਭੇਜ ਦੇਣ, ਦੈਟਸ ਅਨਦਰ ਟੈਕਨੀਕ, ਠੀਕ ਹੈ। ਬਟ ਸਟੂਡੈਂਟ ਵੀਜ਼ਾ 'ਤੇ ਟੂਰਿਸਟ ਵੀਜ਼ਾ 'ਤੇ ਜੇ ਤੁਸੀਂ ਕੰਮ ਕਰੋਗੇ, ਫੜੇ ਜਾਓਗੇ, ਉਹ ਗਲਤ ਕੰਮ ਹੈ, ਉਹ ਨਾ ਕਰਨਾ। ਬਿਹਤਰ ਹੈ ਕਿ ਇਮਾਨਦਾਰੀ ਨਾਲ ਕਰੋ, ਭਾਵੇਂ ਠੀਕ ਹੈ 1 2 3 4 ਸਾਲ ਲੱਗ ਜਾਣ। ਸੋ ਡੈਪੂਟੇਸ਼ਨ ਦੀ ਜਿਹੜੀ ਮੋਹਰ ਲੱਗੇਗੀ ਉਹ ਵਿਲ ਐਡ ਫਰਦਰ ਟੂ देयर ਪ੍ਰੋਬਲਮਸ, ਜੀ, ਕਿਉਂਕਿ ਨੈਕਸਟ ਟਾਈਮ ਸ਼ਾਇਦ ਅਪਲਾਈ ਕਰਨ ਲਈ ਉਹਨਾਂ ਨੂੰ ਹੋਰ ਜ਼ਿਆਦਾ ਫਿਰ ਮੁਸ਼ਕਿਲ ਹੋਏਗੀ। ਸ਼ੱਕ ਹੁੰਦਾ ਨਾ, ਫਿਰ ਸਾਨੂੰ ਸ਼ੱਕ ਹੁੰਦਾ ਕਿ ਹੋਇਆ ਕੀ। ਨਾ ਦੈਟ ਡਜ਼ਨਟ ਮੀਨ ਕਿ ਜੇ ਤੁਹਾਡੇ 2 3 ਪਹਿਲਾਂ ਰਿਫਿਊਜ਼ਲਸ ਹੋ ਗਏ ਤੁਹਾਨੂੰ ਵੀਜ਼ਾ ਨਹੀਂ ਮਿਲ ਸਕਦਾ, ਮਿਲ ਸਕਦਾ ਹੈ, ਐਸੀ ਕੋਈ ਗੱਲ ਨਹੀਂ ਹੈ। ਬਟ ਜਿੱਦਾਂ ਭਾਈ ਸਾਹਿਬ ਤੁਸੀਂ ਪੁੱਛ ਰਹੇ ਸੀਗੇ, ਜੇ ਤੁਸੀਂ ਅਗਲੇ ਦਿਨ ਅਪਲਾਈ ਕਰਨਾ ਹੈ, ਅੱਜ ਮੈਂ ਤੁਹਾਨੂੰ ਮਨਾ ਕੀਤਾ ਹੈ, ਅਗਲੇ ਦਿਨ ਅਪਲਾਈ ਕਰੋਗੇ, ਮੈਂ ਪੁੱਛਾਂਗਾ ਫਰਕ ਕੀ ਆਇਆ? ਫਰਕ ਤਾਂ ਕੋਈ ਨਹੀਂ ਹੈ, ਕਿਉਂ ਪੈਸੇ ਬਰਬਾਦ ਕਰ ਰਹੇ ਹੋ? ਨਾ ਕਰੋ, ਵੇਟ ਕਰੋ, ਸਬਰ ਕਰੋ, ਤੁਸੀਂ ਜਵਾਨ ਬੱਚੇ ਹੈਗੇ ਹੋ, ਤੁਹਾਡੇ ਲਈ ਸਾਰੀ ਉਮਰ ਹੈ ਤੁਹਾਡੇ ਸਾਹਮਣੇ, ਠੀਕ ਹੈ। ਬੀ ਪੇਸ਼ੈਂਟ, ਡੋਂਟ ਰਸ਼ ਇਟ, ਦੈਟਸ ਦ ਵਰਸਟ ਥਿੰਗ ਯੂ ਕੈਨ ਡੂ। ਸੋ ਪੇਸ਼ੈਂਸ ਜਿਹੜਾ ਹੈ ਔਰ ਆਪਣੇ ਆਪ ਨੂੰ ਤਿਆਰ ਕਰਨਾ, ਕਿਸੇ ਵੀ ਚੀਜ਼ ਜਦੋਂ ਤੁਸੀਂ ਅਪਲਾਈ ਕਰ ਰਹੇ ਹੋ, ਚਾਹੇ ਉਹ ਕੁਆਲੀਫਿਕੇਸ਼ਨ ਹੋਵੇ ਤੁਹਾਡੀ ਜਾਂ ਜੌਬ ਲਈ ਹੈ, ਸੋ ਤੁਸੀਂ ਜੇ ਆਪਣਾ ਗਰਾਊਂਡ ਵਰਕ ਕੀਤਾ ਹੋਏਗਾ ਔਰ ਸਹੀ ਇਨਫੋਰਮੇਸ਼ਨ ਦੇ ਨਾਲ ਵੀਜ਼ਾ ਆਫਿਸਰ ਕੋਲ ਜਾਓਗੇ ਔਰ ਸਹੀ ਇਨਫੋਰਮੇਸ਼ਨ ਦਿਓਗੇ ਔਰ ਤੁਹਾਡੀ ਕੀ ਮਨਸ਼ਾ ਹੈ ਉੱਥੇ ਜਾਣ ਦੀ, ਜੇ ਉਹ ਕਲੀਅਰ ਰੱਖੋਗੇ ਤਾਂ ਯਕੀਨਨ ਫਿਰ ਤੁਹਾਨੂੰ ਵੀਜ਼ਾ ਮਿਲਣ ਵਿੱਚ ਕੋਈ ਦਿੱਕਤ ਨਹੀਂ ਆਏਗੀ। ਇਹੀ ਕਹਿਣਾ ਹੈ ਸਾਰੇ ਵੀਜ਼ਾ ਆਫਿਸਰ ਦਾ। ਸੋ ਹੋਰ ਬਹੁਤ ਸਾਰੇ ਸਵਾਲ ਵੀ ਅਸੀਂ ਲਵਾਂਗੇ, ਸਾਰੀ ਇੱਕ ਬ੍ਰੇਕ ਤੋਂ ਬਾਅਦ ਅਸੀਂ ਹਾਜ਼ਰ ਹੋਣੇ ਆ।
ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਹੈ ਔਰ ਸਾਡੇ ਨਾਲ ਸਾਰੇ ਵੀਜ਼ਾ ਆਫਿਸਰ ਸਾਰੇ ਮਹਿਮਾਨ ਅਸ਼ੋਕ ਕੌਲ ਜੀ ਲਗਾਤਾਰ ਬਣੇ ਹੋਏ ਨੇ ਔਰ ਤੁਹਾਡੇ ਜਿੰਨੇ ਵੀ ਸਵਾਲ ਨੇ ਉਸਦਾ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ। ਉਮੀਦ ਕਰਦੇ ਹਾਂ ਕਿ ਤੁਹਾਡੇ ਸਵਾਲਾਂ ਦੇ ਜਵਾਬ ਤੁਹਾਨੂੰ ਸਹੀ ਮਿਲ ਰਹੇ ਨੇ ਔਰ ਤੁਹਾਡੀ ਤਸੱਲੀ ਵੀ ਹੋ ਰਹੀ ਹੈ। ਇਹਨਾਂ ਤੋਂ ਅਸੀਂ ਸਵਾਲ ਜਾਣਨਾ ਚਾਹਾਂਗੇ, ਜੇ ਤੁਸੀਂ ਮਾਈਕ ਪਲੀਜ਼ ਇਹਨਾਂ ਨੂੰ ਪਾਸ ਕਰ ਦਿਓ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੁਝ 3 ਮਹੀਨੇ ਪਹਿਲੇ ਮੈਂ ਵੀਜ਼ਾ ਵਾਸਤੇ ਅਪਲਾਈ ਕੀਤਾ ਸੀ। ਬੇਸਿਕਲੀ ਆਈ ਐਮ ਏ ਬਿਜ਼ਨਸਮੈਨ ਇਨ ਦਿੱਲੀ ਹਾਂਜੀ ਐਂਡ ਗੁੱਡ ਫਾਈਨੈਂਸ਼ੀਅਲੀ ਰਿਸੋਰਸਿਸ ਇਨ ਦਿੱਲੀ ਐਂਡ ਪੰਜਾਬ ਏਰੀਆਜ਼। ਹਾਂਜੀ 3 ਮਹੀਨੇ ਪਹਿਲੇ ਮੈਂ ਪੂਰੀ ਫੈਮਿਲੀ ਦੇ ਨਾਲ, ਕਿਉਂਕਿ ਮੇਰੇ ਬੱਚੇ ਜੋ ਹੈ ਜੰਗ ਨੇ ਔਰ ਅਸੀਂ ਚਾਹੁੰਦੇ ਸੀ ਕਿ ਇੱਕ ਵਾਰੀ ਸਾਰੇ ਮਿਲ ਕੇ ਘੁੰਮ ਆਈਏ ਖੂਬ। ਦਿਸ ਇਜ਼ ਅ ਰਿਐਲਿਟੀਜ਼ ਐਕਚੁਅਲੀ ਦੇ ਬੱਚਿਆਂ ਨੇ ਜੋ ਹੈ ਉਹ ਐਜੂਕੇਸ਼ਨ ਬਿਲਕੁਲ ਪੂਰੀ ਕਰ ਲਈ ਸੀਗੀ ਔਰ ਅਸੀਂ ਇਹਦੇ ਵਾਸਤੇ ਬੜੇ ਇੰਟਰਸਟਿਡ ਸੀਗੇ ਔਰ ਕਾਫੀ ਟਾਈਮ ਤੋਂ ਤਿਆਰੀ ਵੀ ਕਰ ਰਹੇ ਸੀ। ਬਟ ਕੁਝ ਪ੍ਰੋਬਲਮਸ ਆਈਆਂ, ਕੁਝ ਇੱਕ ਮੈਂ ਕਨਫਿਊਜ਼ ਹੋ ਗਿਆ ਉੱਥੇ ਔਰ ਮੈਨੂੰ ਉਹਨੇ ਕੀਤਾ ਕਿ ਤੁਸੀਂ ਬਿਜ਼ਨਸ ਕਰਦੇ ਹੋ। ਮੈਂ ਕਿਹਾ ਹਾਂ, ਕਿੰਨੇ EMPLOYEES ਹੈ, ਹੂ ਆਰ ਹਾਊ ਮੈਨੀ EMPLOYEES ਯੂ ਹੈਵ। ਤਾਂ ਮੈਂ ਥੋੜਾ ਕਨਫਿਊਜ਼ ਹੋ ਗਿਆ। ਮੈਂ ਉਹਨੂੰ ਕਹਿਤਾ ਨੋ ਸਰ ਆਈ ਹੈਵ ਨੋ EMPLOYEES ਬਿਕੋਜ਼ ਮੇਰੇ ਪਾਸ ਉਸ ਵਕਤ ਐਟ ਪ੍ਰੈਜ਼ੈਂਟ ਡਾਕੂਮੈਂਟ ਨਹੀਂ ਸੀਗਾ EMPLOYEES ਦਾ, ਆਪਣੇ EMPLOYEES ਦਾ ਕੋਈ ਡਾਕੂਮੈਂਟਸ, ਰੀਅਲ ਡਾਕੂਮੈਂਟਸ ਮੇਰੇ ਪਾਸ ਨਹੀਂ ਸੀ। ਮੈਂ ਕਹਿੰਦੇ ਡਾਕੂਮੈਂਟ ਅਗਰ ਮੇਰੇ ਕੋਲੋਂ ਮੰਗ ਲਏ ਤਾਂ ਮੇਰੇ ਵਾਸਤੇ ਮੈਂ ਬਿਲਕੁਲ ਝੂਠਾ ਪੈ ਜਾਵਾਂਗਾ, ਜਦ ਕਿ ਰਿਐਲਿਟੀਜ਼ ਵਿੱਚ ਮੈਂ ਅਰੇਂਜ ਕਰ ਸਕਦਾ ਸੀ। ਹਾਂਜੀ ਠੀਕ, ਨੰਬਰ 1। ਹਾਂਜੀ ਮੇਰਾ ਵੀਜ਼ਾ ਰਿਫਿਊਜ਼ ਹੋ ਗਿਆ। ਮੇਰੀ ਫੈਮਲੀਜ਼ ਨੇ ਵੀ ਬੇਅਰ ਕੀਤਾ ਔਰ ਮੈਂ ਫੀਲ ਕੀਤਾ ਕਿ ਆਈ ਐਮ ਏ ਗਿਲਟੀ ਇਨ ਦਿਸ ਰਿਗਾਰਡਸ। ਹਾਂਜੀ ਦੈਨ ਹੁਣ ਮੈਨੂੰ ਦੁਬਾਰਾ ਮੈਂ ਅਪਲਾਈ ਕਰਾਂਗਾ, ਲੇਕਿਨ ਅਜੇ ਨਹੀਂ ਕਰਾਂਗਾ, 2-4 ਮਹੀਨੇ ਠਹਿਰ ਕੇ, 6 ਮਹੀਨੇ ਠਹਿਰ ਕੇ ਕਰਾਂਗਾ। ਮੇਰਾ ਪਲਾਨ ਹੁਣ ਅਕਤੂਬਰ ਦਾ ਹੈ। ਅਕਤੂਬਰ ਦੇ ਵਿੱਚ ਮੈਂ ਫਿਰ ਦੁਬਾਰਾ ਅਪਲਾਈ ਸੋ ਕਰਾਂਗਾ। ਤੁਸੀਂ ਏਜੰਟ ਕੋਲ ਵੀ ਗਏ ਸੀਗੇ ਇਸ ਹਾਂਜੀ। ਦੌਰਾਨ ਏਜੰਟ ਕੋਲ ਵੀ ਕਿਸੇ ਕੋਲ ਗਏ ਸੀ? ਹਾਂਜੀ, ਮੈਂ ਏਜੰਟਸ ਕੋਲ ਵੀ ਗਿਆ ਸੀ। ਐਕਚੁਅਲੀ ਏਜੰਟਸ ਨੇ ਵੀ ਥੋੜੀ ਪ੍ਰੋਬਲਮ ਹੀ ਕ੍ਰੀਏਟ ਕੀਤੀ ਮੇਰੇ ਵਾਸਤੇ। ਉਹ ਜੋ ਮੇਰਾ ਰਿਐਲਿਟੀ ਡਾਟਾ ਹੈ ਮੇਰਾ ਔਰ ਮੇਰੇ ਬੱਚਿਆਂ ਦਾ, ਉਹਦੇ ਵਿੱਚ ਉਹਨੇ ਥੋੜਾ ਬਹੁਤ ਚੇਂਜਸ ਕਰਵਾਈਆਂ। ਉਹ ਚੇਂਜਸ ਜਿਹੜੀਆਂ ਸਾਨੂੰ ਉੱਥੇ ਨੁਕਸਾਨ ਕੀਤਾ। ਕਿਸ ਤਰ੍ਹਾਂ ਦੀਆਂ ਚੇਂਜਸ ਸੀ? ਚੇਂਜਸ ਇਹ ਸੀਗੀਆਂ ਕਿ ਮੇਰਾ ਜਿਹੜਾ ਬਿਜ਼ਨਸ ਸੀ ਐਕਚੁਅਲੀ ਉਹ 'ਚ ਉਹ ਮੈਨੂੰ ਆਪਣੇ ਬਿਜ਼ਨਸ ਉੱਤੇ ਲਾਈਨ ਜਿਹੜਾ ਕੰਸੈਂਟਰੇਸ਼ਨਸ ਕਰਨੀ ਸੀਗੀ, ਲੇਕਿਨ ਮੈਂ ਉਸ ਬਿਜ਼ਨਸ ਉੱਤੇ ਕੰਸੈਂਟਰੇਸ਼ਨਸ ਨਹੀਂ ਕਰ ਸਕਿਆ। ਉਹਨੇ ਆਪਣੇ ਸੋਰਸ ਵਿੱਚ ਐਡ ਆਨ ਕਰਵਾ ਦਿੱਤੇ ਔਰ ਬੱਚੇ ਸੋ ਇਨਫੋਰਮੇਸ਼ਨ ਨਾਲ ਛੇੜਛਾੜ ਕੀਤੀ ਗਈ ਬੇਸਿਕਲੀ। ਮੇਰੀ ਇਨਫੋਰਮੇਸ਼ਨ ਜਿਹੜੀ ਮੇਰੀ ਐਕਚੁਅਲ ਇਨਫੋਰਮੇਸ਼ਨ ਸੀ ਉਹਦੇ ਨਾਲ ਥੋੜੀ ਬਹੁਤ ਛੇੜਛਾੜ ਕਰਵਾਈ ਗਈ। ਆਈ ਐਗਰੀ ਐਂਡ ਸੋ ਤੁਹਾਨੂੰ ਮੈਂ ਥੋੜਾ ਜਿਹਾ ਲੈਟ ਮੀ ਗਿਵ ਯੂ ਸਮ ਫੀਡਬੈਕ। ਸੋ ਕੀ ਹੁੰਦਾ ਹੈ ਕਿ ਟੂਰਿਸਟ ਵੀਜ਼ਾ ਲਈ ਜੇ ਕੋਈ ਬਿਜ਼ਨਸ ਪਰਸਨ ਹੈਗਾ, ਠੀਕ ਹੈ, ਤੁਹਾਡੇ ਵਰਗਾ, ਜੇ ਮੈਨੂੰ ਆ ਕੇ ਕੋਈ ਕਹੇ ਕਿ ਜੀ ਮੈਂ ਬਿਜ਼ਨਸ ਕਰ ਰਿਹਾ, ਮੈਨੂੰ ਤਾਂ ਕੋਈ ਪਤਾ ਨਹੀਂ ਤੁਸੀਂ ਕੀ ਬਿਜ਼ਨਸ ਕਰ ਰਹੇ ਹੋ, ਠੀਕ ਹੈ ਜੀ। ਸੋ ਜੇ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਤੁਸੀਂ ਕਿੱਦਾਂ ਦਾ ਬਿਜ਼ਨਸ ਕਰ ਰਹੇ ਹੋ, ਕਿੰਨੇ ਸਾਲ ਤੋਂ ਕੰਮ ਕਰ ਰਹੇ ਹੋ, ਤੁਹਾਡੇ ਨਾਲ ਬੰਦੇ ਕਿੰਨੇ ਹੈ, ਤੁਹਾਡੀ ਸਾਲ ਦੀ ਆਮਦਨੀ ਕਿੰਨੀ, ਇਹੋ ਜਿਹੇ ਸਵਾਲ ਜਿਹੜੇ ਹੁੰਦੇ ਆ ਉਹ ਮੈਨੂੰ ਦੱਸ ਦਿਓ, ਠੀਕ ਹੈ। ਅਤੇ ਜੇ ਮੈਨੂੰ ਲੱਗੇ ਕਿ ਵਾਕਈ ਜੈਨੂਇਨ ਬਿਜ਼ਨਸ ਪਰਸਨ ਹੈ, ਸਾਨੂੰ ਕੋਈ ਇਸ਼ੂ ਨਹੀਂ ਹੈ ਤੁਹਾਨੂੰ ਵੀਜ਼ਾ ਦੇਣ ਨੂੰ। ਨਾ, ਤੁਹਾਡੇ ਦਰਸ਼ਕਾਂ ਨੂੰ ਮੈਂ ਪਹਿਲਾਂ ਵੀ ਇਹ ਦੱਸਿਆ, ਮੈਂ ਹੁਣ ਦੁਬਾਰਾ ਕਹਾਂਗਾ ਕਿ ਜਦੋਂ ਤੁਸੀਂ ਅਪਲਾਈ ਕਰਦੇ ਹੈਗੇ ਹੋ, ਕਾਗਜ਼ ਕੋਈ ਨਾ ਲੈ ਕੇ ਆਉਣਾ। ਸੋ ਤੁਹਾਨੂੰ ਪਰੇਸ਼ਾਨੀ ਸੀ ਨਾ ਕਿ ਮੈਂ ਇਹ ਕਾਗਜ਼ ਨਹੀਂ ਲਿਆ, ਉਹ ਕਾਗਜ਼ ਨਹੀਂ ਲਿਆ, ਅਸੀਂ ਕਾਗਜ਼ ਦੇਖਦੇ ਨਹੀਂ ਹਾਂ। ਤੁਹਾਡੇ ਦਰਸ਼ਕਾਂ ਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ, ਜਿਹੜੀ ਇੰਟਰਵਿਊ ਹੁੰਦੀ ਆ ਉਹ 1 ਮਿੰਟ ਦੀ ਹੁੰਦੀ ਹੈ, ਮੇਬੀ 2 ਮਿੰਟ ਦੀ। ਤੁਸੀਂ ਆਪ ਸੋਚੋ 1-2 ਮਿੰਟ ਵਿੱਚ ਕੀ ਕਾਗਜ਼ ਦੇਖਾਂਗੇ। ਸੋ ਅਸੀਂ ਸਾਰਿਆਂ ਨੂੰ ਇਹੀ ਕਹਿੰਦੇ ਹਾਂ, ਕੋਈ ਕਾਗਜ਼ ਨਾ ਲੈ ਕੇ ਆਓ, ਪਾਸਪੋਰਟ ਲੈ ਕੇ ਆਓ, ਤੁਹਾਡਾ ਐਪਲੀਕੇਸ਼ਨ ਲੈ ਕੇ ਆਓ ਜਿਸ 'ਚ ਬਾਰਕੋਡ ਲਿਖਿਆ ਉਹ ਲੈ ਕੇ ਆਓ ਤਾਂ ਆਪ ਆ ਜਾਓ। 1-2 ਮਿੰਟ 'ਚ ਅਸੀਂ ਤੁਹਾਨੂੰ 5-6-7 ਸਵਾਲ ਪੁੱਛਾਂਗੇ ਤੇ ਚਲੇ ਜਾਓ। ਸੋ ਮੈਨੂੰ ਲੱਗਦਾ ਹੈਗਾ ਕਿ ਅਗੇਨ ਤੁਹਾਡੇ ਕੇਸ ਆਈ ਡਿਡਨਟ ਸੀ ਇਟ, ਸੋ ਮੈਨੂੰ ਆਮ ਨਾਟ ਕੰਫਰਟੇਬਲ ਵਿਦ ਇਟ, ਬਟ ਜਨਰਲੀ ਸਪੀਕਿੰਗ ਮੈਨੂੰ ਲੱਗਦਾ ਕਿਉਂਕਿ ਤੁਹਾਡੇ ਕੋਲ ਤੁਹਾਨੂੰ ਸੀਗਾ ਦਿਮਾਗ 'ਚ ਕਿ ਵੀ ਮੈਂ ਕਾਗਜ਼ ਦੇਵਾਂ, ਸ਼ਾਇਦ ਤੁਸੀਂ ਬੌਂਦਲ ਗਏ ਉੱਥੇ। ਹੋ ਜਾਂਦਾ ਹੈ, ਕਈ ਲੋਕੀ ਕਨਫਿਊਜ਼ ਹੋ ਜਾਂਦੇ। ਤੁਸੀਂ ਹੁਣ ਤੁਹਾਡੇ ਨਾਲ ਗੱਲ ਹੋ ਗਈ ਹੈ, ਤੁਸੀਂ ਆਰਾਮ ਨਾਲ ਵਾਪਸ ਆਓ, ਅਪਲਾਈ ਕਰੋ, ਫੈਮਿਲੀ ਨਾਲ ਲੈ ਕੇ ਆਓ, ਅਤੇ ਜੇ ਤੁਹਾਡਾ ਸਰਕਮਸਟੈਂਸ ਠੀਕ ਹੈ ਤੁਹਾਨੂੰ ਵੀਜ਼ਾ ਮਿਲ ਜਾਏਗਾ। ਐਸੀ ਕੋਈ ਗੱਲ ਨਹੀਂ ਹੈ। ਹੁੰਦਾ ਹੈ ਲੋਕਾਂ ਦੇ ਮਨ ਵਿੱਚ, ਇਸੇ ਲਈ ਕਨਫਿਊਜ਼ਨ ਹੋ ਜਾਂਦਾ ਹੈ, ਥੋੜਾ ਜਿਹਾ ਲੱਗਦਾ ਕਿ ਪਤਾ ਨਹੀਂ ਕੀ ਸਵਾਲ ਪੁੱਛਣਗੇ। ਔਰ ਦੇਖੋ ਜੀ, ਮੈਂ ਕਿਸੇ ਨੂੰ ਖਾਣ ਨੂੰ ਪੈ ਰਿਹਾ, ਤੁਹਾਡੇ ਸਾਹਮਣੇ ਖੜਾ ਮੈਂ। ਸੋ ਬਹੁਤ ਸਾਰੇ ਲੋਕ ਪਾਠ ਵੀ ਕਰਦੇ ਆਉਂਦੇ ਹੋਣਗੇ, ਬਿਲਕੁਲ ਤੁਹਾਡੇ ਕੋਲ ਬਹੁਤ ਕਰਦੇ। ਮੈਂ ਤੁਹਾਨੂੰ ਦੱਸਾਂ ਉਹ ਸਾਰਾ ਕੁਝ ਹੁੰਦਾ ਹੈ। ਕਈ ਲੋਕੀ ਮੇਰੇ ਸਾਹਮਣੇ ਖੜੇ ਹੋ ਕੇ ਵਾਹਿਗੁਰੂ ਜੀ ਵਾਹਿਗੁਰੂ ਜੀ, ਤੇ ਮੈਂ ਉਹਨਾਂ ਨੂੰ ਕਹਿੰਦਾ ਮੈਂ ਮੇਰੇ ਕੋਲ ਕਿਉਂ ਡਰ ਰਹੇ ਹੋ, ਮੈਂ ਕੋਈ ਖਾਣ ਨੂੰ ਨਹੀਂ ਲੱਗਿਆ, ਮੈਂ ਵੀ ਤੁਹਾਡੇ ਵਰਗਾ ਬੰਦਾ ਹੀ ਹਾਂ। ਬਟ ਕਿਉਂਕਿ ਜਿਹੜਾ ਟੂਰਿਸਟ ਵੀਜ਼ਾ ਹੈਗਾ ਉਹਦੇ ਰਿਕੁਆਇਰਮੈਂਟਸ ਮੇਰੇ ਤੇ ਬਹੁਤ ਸਟ੍ਰਿਕਟ ਨੇ ਕਾਨੂੰਨ ਦੇ ਮੁਤਾਬਿਕ। ਸੋ ਐਜ਼ ਅ US ਆਫਿਸਰ ਆਈ ਟੇਕ ਦੈਟ ਜੌਬ ਵੈਰੀ ਸੀਰੀਅਸਲੀ। ਸੋ ਤੁਹਾਡੇ ਦਰਸ਼ਕਾਂ ਨੂੰ ਮੈਂ ਇਹੀ ਕਹਾਂਗਾ, ਕੋਈ ਕਾਗਜ਼ ਨਾ ਲੈ ਕੇ ਆਓ, ਝੂਠ ਨਾ ਬੋਲੋ, ਐਪਲੀਕੇਸ਼ਨ ਕੋਈ ਏਜੰਟ ਨਾ ਯੂਜ਼ ਕਰੋ, ਆਪ ਭਰ ਲਓ। ਜੇ ਤੁਸੀਂ ਆਪ ਨਹੀਂ ਭਰ ਸਕਦੇ
ਕੋਈ ਨਾ ਕੋਈ ਤੁਹਾਡੇ ਵਾਕਫੀਅਤ ਹੈ ਜਿਹੜੇ ਸਰ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਜਿਹੜੀ ਅਸੀਂ ਲਗਾਤਾਰ ਆਪਣੇ ਐਪੀਸੋਡ ਵਿੱਚ ਦੇ ਰਹੇ ਹਾਂ ਕਿ ਤੁਸੀਂ ਡਾਕੂਮੈਂਟਸ ਦੀ ਕੋਈ ਬਹੁਤ ਉੱਥੇ ਲੋੜ ਨਹੀਂ ਹੈ ਜਦੋਂ ਤੁਸੀਂ ਉੱਥੇ ਇੰਟਰਵਿਊ ਲਈ ਜਾ ਰਹੇ ਹੋ। ਔਰ ਸਭ ਤੋਂ ਅਹਿਮ ਹੈ ਕਿ ਤੁਸੀਂ ਆਪਣੀ ਜਿਹੜੀ ਇਨਫੋਰਮੇਸ਼ਨ ਹੈ, ਜਿਹੜਾ ਤੁਹਾਡੀ ਮਨਸ਼ਾ ਹੈ, ਕਿਸ ਮਨਸ਼ਾ ਦੇ ਨਾਲ ਤੁਸੀਂ ਉੱਥੇ ਜਾਣਾ ਚਾਹੁੰਦੇ ਹੋ, ਕਿਸ ਵੀਜ਼ਾ ਦੇ ਤਹਿਤ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ, ਉਹ ਬਿਲਕੁਲ ਕਲੀਅਰ ਰੱਖੋ। ਔਰ ਸਭ ਤੋਂ ਇੰਪੋਰਟੈਂਟ ਜਿਹੜੇ ਏਜੰਟਸ ਨੇ ਉਹਨਾਂ ਤੋਂ ਤੁਸੀਂ ਜਿੰਨਾ ਹੋ ਸਕਦੇ ਹੋ ਦੂਰ ਰਹੋ। ਸਾਡੇ ਨਾਲ ਇੱਕ ਹੋਰ ਗੈਸਟ ਨੇ, ਉਹਨਾਂ ਤੋਂ ਵੀ ਸਵਾਲ ਜਾਣਦੇ ਆ ਜੀ ਬਿਲਕੁਲ ਕਰਨਾ ਚਾਹੁੰਦਾ ਹਾਂ। ਬੋਲੋ ਬੋਲੋ। ਐਕਚੁਅਲੀ ਮੈਨੂੰ ਇੱਕ ਚੀਜ਼ ਹੋਰ ਜਿਹੜੀ ਮੈਂ ਕੈਲਕੂਲੇਸ਼ਨ ਕਰ ਰਿਹਾ ਸੀ ਉਹ 'ਚ ਮੈਂ ਪੁੱਛਣਾ ਚਾਹੁੰਦਾ ਕਿ ਮਿਨੀਮਮ ਰਿਕੁਆਇਰਮੈਂਟ ਕੀ ਹੈ, ਅਸੈਟਸ ਮੇਰੀ ਜਿਹੜੀ ਹੈ ਕੋਈ ਉਹਦੇ ਨਹੀਂ ਵਾਸਤੇ ਮੈਨੂੰ ਕੀ ਰਿਕੁਆਇਰਮੈਂਟ ਹੈ। ਮੈਂ ਐਜ਼ ਅ ਬ੍ਰਦਰਹੁੱਡ ਵਾਸਤੇ ਮੈਂ ਸਾਰਿਆਂ ਵਾਸਤੇ ਪੁੱਛ ਲੈਣਾ ਚਾਹੁੰਦਾ। ਔਰ ਮਿਨੀਮਮ ਬੈਂਕ ਅਕਾਊਂਟ ਜੋ ਹੈ ਕੋਈ ਨਹੀਂ ਉਹ ਹੈ। ਸਾਨੂੰ ਕੀ ਚਾਹੀਦਾ ਹੈ, ਕੋਈ ਨਹੀਂ ਹੈ ਜੀ। ਅਗਰ ਉਹ ਪੁੱਛ ਲੈਂਦੇ ਸਾਨੂੰ ਕਿ ਅਸੀਂ ਕੋਈ ਕਾਗਜ਼ ਨਹੀਂ ਦੇਖਦੇ, ਸਾਨੂੰ ਤੁਹਾਡੇ ਬੈਂਕ ਅਕਾਊਂਟ ਨਾਲ ਕੋਈ ਤਾਲੁਕ ਨਹੀਂ ਹੈ। ਅਸੀਂ ਇਹ ਬਸ ਇਹ ਤੁਹਾਡਾ ਅੱਖਾਂ 'ਚ ਅੱਖ ਬੰਦੇ ਮੈਨ ਟੂ ਮੈਨ ਜਿਹਨੂੰ ਕਹਿੰਦੇ ਨਾ ਅੰਗਰੇਜ਼ੀ 'ਚ, ਮੇਰੇ ਨਾਲ ਗੱਲ ਕਰੋ, ਤੁਸੀਂ ਕਿੱਦਾਂ ਦੀ ਬਿਜ਼ਨਸ ਕਰ ਰਹੇ ਹੋ, ਮੈਨੂੰ ਦੱਸੋ ਕੀ ਬਿਜ਼ਨਸ ਕਰਦੇ ਹੋ। ਜੇ ਤੁਸੀਂ ਵਾਕਈ ਇਮਾਨਦਾਰ ਬਿਜ਼ਨਸਮੈਨ ਹੈਗੇ ਹੋ 10 ਸੈਕਿੰਡ 'ਚ ਮੈਨੂੰ ਪਤਾ ਲੱਗ ਜਾਏਗਾ ਤੁਸੀਂ ਵਾਕਈ ਇਮਾਨਦਾਰ ਹੋ। ਕਿੱਥੋਂ ਆਏ ਹੋ ਔਰ ਕੀ ਸਵਾਲ ਹੈ? ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਦਿੱਲੀ ਇੰਦਰਪੁਰੀਓਂ ਤੋਂ ਆਇਆ जी, ਇੱਥੇ ही रहना मैं। तो जी मेरा सवाल है सर आपको कि मुझ जैसा बंदा जिसके पापा नॉर्मल 7-8 हज़ार 10 हज़ार कमाते हैं, तो वो बच्चा वर्क के लिए कनाडा जा सकता है? जिसका कनाडा में भी कोई ना रहता हो, वो अपने दम पर अब वो अपने माँ बाप के दम पर जा सकता है कि नहीं जा सकता सर? सर कनाडा का तो मैं आपको कुछ कह नहीं सकता हूँ, कनाडा के रूल्स उनके अपने हैं। हाँ जी अगर आप यूएस जाना चाहते हैं काम के लिए, यस सर, वर्क ठीक है, वीज़ा। अगर आप यूएस जाना चाहते हैं काम के लिए, वही जो मैं आपको पहले बता रहा था, हाँ जी आप जो वीज़ा कैटेगरी के लिए आप अप्लाई करेंगे वो पिटिशन बेस्ड वीज़ा होता है। टिपिकली होता है H1 वीज़ा या L1 वीज़ा, ऐसे वीज़ास होते हैं। हाँ जी ठीक है, वो आपको मेरे पास लेके आना होता है। अगर आप मुझे वो दिखा दें और मैं आपसे 2-3-4 सवाल पूछूंगा, अगर मुझे लगे आप ठीक बोल रहे हैं, आपको वीज़ा मिल जाएगा। अगर आप स्टूडेंट वीज़ा पर गए या टूरिस्ट वीज़ा पर गए हाँ जी, तब काम करने की कोशिश की, वो गलत कर रहे हैं। यही सर आपकी बात नोट की आपने, कहा सच बोलो और सच बोल के जाओ, ज़रूर जाओ। तो इसलिए मैंने सीधा कहा कि मेरे को वर्क वीज़ा के लिए बाहर जाना चाहता हूँ मैं, सिर्फ वर्क करने के लिए। हाँ जी, सो वर्क करने के लिए वहाँ कोई एम्प्लॉयर चाहिए जो आपको वर्क देगा। यस जो आपको वहाँ वर्क देगा वो आपको वीज़ा का So he needs a एप्लीकेशन, minimum qualification as well? इट डिपेंड्स ऑन द एम्प्लॉयर जिसके Okay. लिए आप काम करना चाहते हैं। हाँ जी सर, वो डिफाइन करते हैं कि आपका मिनिमम क्वालिफिकेशंस क्या हैं, हाँ वो जी। हम नहीं करते। यस ठीक है जी, वो आपको पिटिशन देंगे, आप वो पिटिशन हमारे पास लेके आइए। अगर पिटिशन हमें सारा लगा ठीक लगा, आपको वीज़ा मिल जाएगा। ठीक है सर। ਠੀਕ ਠੀਕ ਹੈ ਹੈ ਜੀ। ਸੋ ਉਮੀਦ ਹੈ ਕਿ ਤੁਹਾਡੇ ਸਵਾਲ ਦਾ ਜਵਾਬ ਮਿਲਿਆ ਹੋਵੇਗਾ ਜੀ। ਅਸੀਂ ਤੁਸੀਂ ਜੇ ਮਾਈਕ ਪਾਸ ਕਰ नमस्कार मैम। जी नमस्ते। सर मैं एक फ्रीलांस मेकअप आर्टिस्ट हूँ। मैं मूवी और सीरियल में मेकअप करता हूँ। और किस प्रकार से मेरे को वीज़ा अप्लाई करना है? और सर एक्चुअली मैं 12th पास हूँ, क्या मेरे को 12th पास के लिए मेकअप आर्टिस्ट का वीज़ा मिल सकता है? ਸੋ ਤੁਸੀਂ ਉੱਥੇ ਹਾਲੀਵੁੱਡ ਜਾਣਾ ਚਾਹੁੰਦੇ ਹੋ? हाँ जी मैम, ਜੀ अपना सोर्स बढ़ाने के लिए। हाँ जी हाँ जी हाँ जी। और सर एक बात और, एक्चुअली जहाँ मैं फ्रीलांस करता हूँ मुझे कैश पेमेंट मिलते हैं, मेरा TDS नहीं कटता। हाँ जी तो सर वो बैंक से मेरे को रिलेटेड कुछ प्रॉब्लम पड़ेगी? या सो अगेन जैसे भाई साहब बता रहा था, हमें बैंक बैलेंस या बैंक से कोई ताल्लुक नहीं है। ठीक है, हम आपका कागज़ देखेंगे नहीं। ठीक है, सो उसकी कोई चक्कर नहीं है। वो TDS काटे ना काटे हमें को उससे ताल्लुक नहीं है। बाकी जो अगर आप हॉलीवुड में जाके काम करना चाहते हैं, जैसे इन भाई को बता रहा था, जिनके लिए आप काम करना चाहते हैं, जी सर। अगर वो आपके लिए पिटिशन फाइल कर दें, और उसके 2-3 तरीके हैं, आपको बता रहा था HL और M वोकेशनल वीज़ा होता है एक और, वो आप पढ़ लीजिए जाके। उसमें लिखा होता है सारा क्राइटेरिया कि ये पर्टिकुलर वीज़ा के लिए ये रिक्वायरमेंट्स होंगे वीज़ा के लिए, वो आप पढ़ लीजिए। अगर उसमें आप क्वालिफाई करते हैं उसके लिए अप्लाई कर लीजिए एंड आपको शायद वीज़ा उसके बाद शायद मिल जाए। थैंक यू। ठीक है जी ਜੀ जी बात। ਬਹੁਤ ਬਹੁਤ ਸ਼ੁਕਰੀਆ ਜੀ ਸਵਾਲ ਪੁੱਛਣ ਲਈ। ਸੋ ਅਸ਼ੋਕ ਜੀ ਬਹੁਤ ਸਾਰੇ ਸਵਾਲ ਜਿਹੜੇ ਨੇ ਉਹ ਮਜ਼ਾ ਆ ਰਿਹਾ। ਮਜ਼ਾ ਆ ਰਿਹਾ ਹੈ। ਔਰ ਸਾਡੇ ਕੋਲ ਜਿਹੜੇ ਬਹੁਤ ਸਾਰੇ SMSs ਔਰ ਜਿਹੜੀ ਮੇਲਸ ਆਈਆਂ ਹੋਈਆਂ ਐਂਡ ਯੂ ਵਿਲ ਬੀ ਸਰਪ੍ਰਾਈਜ਼, ਸਿਰਫ ਪੰਜਾਬ ਤੋਂ ਨਹੀਂ ਆਈਆਂ, ਸਾਨੂੰ ਹਰ ਪਾਸਿਓਂ ਆਈਆਂ ਹੋਈਆਂ, ਰਾਜਸਥਾਨ ਹੋਵੇ, ਵੈਸਟ ਬੰਗਾਲ ਹੋਵੇ, ਬਿਹਾਰ ਹੋਵੇ। ਵਾਓ। ਸੋ ਬਹੁਤ ਸਾਰੇ ਸਵਾਲ ਲਗਾਤਾਰ ਸਾਡੇ ਕੋਲ ਆ ਰਹੇ ਨੇ। ਹਾਲਾਂਕਿ ਸਾਰਿਆਂ ਦੇ ਸਵਾਲ ਅਸੀਂ ਨਹੀਂ ਇਸ ਐਪੀਸੋਡ ਵਿੱਚ ਪੁੱਛਾਵਾਂਗੇ, ਲੇਕਿਨ ਅਸੀਂ ਐਪੀਸੋਡ ਅਗਲੇ ਵਿੱਚ ਵੀ ਤੁਹਾਨੂੰ ਜ਼ਰੂਰ ਸੱਦਾ ਦੇਵਾਂਗੇ ਔਰ ਚਾਹਾਂਗੇ ਕਿ ਜਿਹੜੇ ਨੇ ਹੋਰ ਬਹੁਤ ਸਾਰੇ ਆਡੀਅנס ਤੁਹਾਡੇ ਨਾਲ ਜੁੜੇ। ਸੋ ਵੀ ਰੀਅਲੀ ਰਿਕੁਐਸਟ ਯੂ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਅਗਲੇ ਐਪੀਸੋਡ ਵਿੱਚ ਵੀ ਬਣੇ ਰਹਿਣਾ ਔਰ ਸਾਰੇ ਜਿੰਨੇ ਵੀ ਦਰਸ਼ਕ ਨੇ, ਵੇਖਣ ਵਾਲੇ ਨੇ, ਜਿਨ੍ਹਾਂ ਦੇ ਮਨ 'ਚ ਬਹੁਤ ਸਾਰੇ ਕੁਐਸਚਨਸ ਨੇ, ਉਹਨਾਂ ਦੇ ਜਵਾਬ ਤੁਸੀਂ ਦਿਓ। ਥੈਂਕ ਯੂ ਫॉर ਦ ਇਨਵੀਟੇਸ਼ਨ। ਮੈਨੂੰ ਇੱਥੇ ਆ ਕੇ ਬਹੁਤ ਖੁਸ਼ੀ ਹੋਈ ਤੇ ਤੁਹਾਡੇ ਦਰਸ਼ਕਾਂ ਨਾਲ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਬਹੁਤ ਅੱਛਾ। ਮੈਂ ਜੇ ਕੋਈ ਸਵਾਲ ਦਾ ਜਵਾਬ ਦੇ ਸਕਦਾ ਬਾਅਦ 'ਚ, ਆਈ ਐਮ ਹੈਪੀ ਟੂ ਸਟਿਕ ਅਰਾਊਂਡ ਐਂਡ ਆਨਸਰ ਯੂਰ ਕੁਐਸਚਨਸ। ਜੀ ਬਾਕੀ ਤੁਹਾਡੇ ਦਰਸ਼ਕਾਂ ਨੂੰ ਮੈਂ ਇਹੀ ਕਰਾਂਗਾ, ਦੇਖੋ ਜੀ
ਝੂਠ ਨਾ ਬੋਲੋ, ਏਜੰਟਸ ਨਾ ਯੂਜ਼ ਕਰੋ, ਐਪਲੀਕੇਸ਼ਨ ਆਪ ਭਰੋ, ਕਾਗਜ਼ ਕੋਈ ਨਾ ਲੈ ਕੇ ਆਓ, ਸਾਡੇ ਕੋਲ ਆਓ। ਜੇ ਤੁਹਾਡੀ ਕਹਾਣੀ ਠੀਕ ਹੈ ਤੁਹਾਨੂੰ ਵੀਜ਼ਾ ਮਿਲ ਜਾਏਗਾ ਜੀ। ਸੋ ਵੀਜ਼ਾ ਜਿਹੜਾ ਹੈ ਬਿਲਕੁਲ ਮਿਲ ਸਕਦਾ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਸਾਡੇ ਸਾਰੇ ਦਰਸ਼ਕ ਜਿਹੜੇ ਇੱਥੇ ਮੌਜੂਦ ਨੇ ਉਹਨਾਂ ਦੇ ਨਾਲ ਬਣੇ ਰਹਿਣ ਦੇ ਲਈ, ਔਰ ਨਾਲ ਦੇ ਨਾਲ ਉਹਨਾਂ ਸਭ ਦਾ ਜਿਨ੍ਹਾਂ ਨੇ ਸਾਨੂੰ SMS ਕੀਤੇ ਨੇ, ਮੇਲਸ ਭੇਜਿਆ ਨੇ, ਸੋ ਉਹਨਾਂ ਲਈ ਵੀ ਬਹੁਤ ਬਹੁਤ ਥੈਂਕ ਯੂ ਜੀ ਕਿ ਤੁਸੀਂ ਸਾਰੇ ਪ੍ਰੋਗਰਾਮ ਵੇਖ ਰਹੇ ਹੋ ਔਰ ਤੁਸੀਂ ਇਹ ਸਮਝਿਆ ਕਿ ਅਸੀਂ ਤੁਹਾਡੇ ਸਵਾਲ ਦੇ ਜਵਾਬ ਸਾਰੇ ਮਹਿਮਾਨ ਦੇ ਨਾਲ ਪੁੱਛਾਂਗੇ ਔਰ ਤੁਹਾਨੂੰ ਜਵਾਬ ਉਸਦੇ ਮਿਲਣਗੇ। ਸੋ ਅਗਲੇ ਐਪੀਸੋਡ ਵਿੱਚ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ। ਕੀ ਤੁਸੀਂ ਚਾਹੁੰਦੇ ਹੋ ਅਮਰੀਕਾ ਦੇ ਵੀਜ਼ਾ ਲਈ ਕੋਈ ਜਾਣਕਾਰੀ? ਕਰਨਾ ਚਾਹੁੰਦੇ ਹੋ ਅਮਰੀਕਨ ਐਮਬੈਸੀ ਦੇ ਅਫਸਰਾਂ ਦੇ ਨਾਲ ਸਿੱਧੀ ਗੱਲਬਾਤ? ਤੇ ਚੱਕੋ ਆਪਣਾ ਫੋਨ ਅਤੇ ਜੁੜੋ ਸਾਡੇ ਨਾਲ। SMS ਲਈ ਟਾਈਪ ਕਰੋ US ਵੀਜ਼ਾ, ਸਪੇਸ ਦਿਓ, ਲਿਖੋ ਆਪਣਾ ਸਵਾਲ ਤੇ ਭੇਜ ਦਿਓ 56060 ਤੇ। ਈਮੇਲ ਭੇਜੋ usvisa@ptcnetwork.tv ਤੇ। ਇਹਦੇ ਇਲਾਵਾ ਤੁਸੀਂ ਟਵਿੱਟਰ ਅਤੇ ਫੇਸਬੁੱਕ ਤੇ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ।